+2 ਫਿਜ਼ਿਕਸ ਦਾ ਕੋਈ ਵੀ ਐਗਜ਼ਾਮ ਹੋਵੇ ਉਹਦੇ ਵਿੱਚ ਇਕੁਈ ਪੋਟੈਂਸ਼ੀਅਲ ਸਰਫੇਸਿਸ ਦਾ ਕੋਈ ਨਾ ਕੋਈ ਕੁਐਸਚਨ ਜ਼ਰੂਰ ਆਉਂਦਾ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇਕੁਈ ਪੋਟੈਂਸ਼ੀਅਲ ਸਰਫੇਸਿਸ ਬਾਰੇ ਪੜ੍ਹਾਂਗੇ ਕਿ ਕੀ ਹੁੰਦੀਆਂ ਨੇ। ਵਰਕ ਡਨ in moving a charge from one point to another on equipotential surfaces 0 ਹੁੰਦਾ and the direction of electric field is always perpendicular to the surface of equipotential surface ਪੜਾਂਗੇ। ਇਹ ਦੇਖਾਂਗੇ ਕਿ ਜੇਕਰ ਕਿਸੇ ਰੀਜਨ ਦੇ ਵਿੱਚ ਸਾਨੂੰ ਇਲੈਕਟ੍ਰਿਕ ਪੋਟੈਂਸ਼ੀਅਲ ਦਾ ਗ੍ਰੇਡੀਐਂਟ ਪਤਾ ਹੋਵੇ, ਗ੍ਰੇਡੀਐਂਟ ਦਾ ਭਾਵ ਇਹ ਪਤਾ ਹੋਵੇ ਵੀ ਜੇ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਕਿੱਧਰ ਨੂੰ ਘਟ ਰਿਹਾ, ਸਟੀਪੈਸਟ ਕਿੱਧਰ ਨੂੰ ਘਟ ਰਿਹਾ, ਤਾਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ। ਤੋ ਇਹ ਸਾਰੀਆਂ ਗੱਲਾਂ ਵਾਸਤੇ ਜਿਹਦੇ ਵਿੱਚੋਂ ਤੁਹਾਨੂੰ ਐਗਜ਼ਾਮ ਦੇ ਵਿੱਚ ਕੋਈ ਨਾ ਕੋਈ ਕੁਐਸਚਨ ਜ਼ਰੂਰ ਮਿਲੇਗਾ, 100% ਗਰੰਟੀ ਆ, ਉਹ ਆਪਾਂ ਇਸ ਲੈਕਚਰ ਦੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਇਹ ਦੇਖੀਏ ਵੀ ਇਕੁਈ ਪੋਟੈਂਸ਼ੀਅਲ ਸਰਫੇਸਿਸ ਹੁੰਦੀਆਂ ਕੀ ਨੇ, ਇਹ ਆਈਡੀਆ ਕਿਵੇਂ ਆਇਆ। ਤਾਂ ਇਹ ਦੇਖਣ ਦੇ ਲਈ ਅਸੀਂ ਇਹ ਦੇਖਦੇ ਹਾਂ ਵੀ ਜੋ ਇਲੈਕਟ੍ਰਿਕ ਪੋਟੈਂਸ਼ੀਅਲ ਦਾ ਸਾਡੇ ਕੋਲੇ ਫਾਰਮੂਲਾ ਅਸੀਂ ਪੜ੍ਹਿਆ V ਐਟ R ਕਿਸੇ ਡਿਸਟੈਂਸ ਦੇ ਉੱਤੇ R V ਕਿੰਨਾ ਹੁੰਦਾ 1/4 ਪਾਈ ਐਪਸਾਈਲਨ ਨੋਟ Q/R। ਇਸ ਫਾਰਮੂਲੇ ਦੇ ਵਿੱਚ 1/4 ਪਾਈ ਐਪਸਾਈਲਨ ਨੋਟ ਕੌਨਸਟੈਂਟ ਕੁਆਂਟਿਟੀ ਆ, ਸਾਨੂੰ ਪਤਾ। Q ਇਜ਼ ਏ ਚਾਰਜ, ਇਟ ਇਜ਼ ਆਲਸੋ ਏ ਕੌਨਸਟੈਂਟ ਕੁਆਂਟਿਟੀ ਜਿਹੜਾ ਕਿਸੇ ओरिजिन ਤੇ ਜਾਂ ਕਿਸੇ ਪੁਆਇੰਟ ਤੇ ਪਿਆ ਹੋਏਗਾ। ਡਿਪੈਂਡੈਂਸ ਆਫ ਪੋਟੈਂਸ਼ੀਅਲ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ R। ਪਰ ਜੇਕਰ R ਸਾਡੇ ਕੋਲੇ ਕੌਨਸਟੈਂਟ ਹੋ ਜਾਵੇ, ਇਫ R ਇਜ਼ ਕੌਨਸਟੈਂਟ ਮਤਲਬ ਇੱਕੋ ਜਿੰਨੀ ਵੈਲਿਊ ਹੋ ਜਾਵੇ, ਤਾਂ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਕੀ ਹੋ ਜਾਏਗੀ, ਕੌਨਸਟੈਂਟ ਹੋ ਜਾਏਗੀ, ਇੱਕੋ ਜਿੰਨੀ ਹੋ ਜਾਏਗੀ। ਤਾਂ ਇਹਦਾ ਮਤਲਬ ਉਹ ਪੁਆਇੰਟਸ, ਉਹ ਸਰਫੇਸਿਸ ਜਿਹਦੇ ਉੱਤੇ ਪੋਟੈਂਸ਼ੀਅਲ ਦੀ ਵੈਲਿਊ ਕੌਨਸਟੈਂਟ ਹੋ ਜਾਵੇ, ਸੇਮ ਹੋ ਜਾਵੇ, ਦੋ ਸਰਫੇਸਿਸ ਆਰ ਕਾਲਡ ਇਕੁਈ ਪੋਟੈਂਸ਼ੀਅਲ ਸਰਫੇਸਿਸ। ਇਕੁਈ ਦਾ ਮਤਲਬ ਇੱਥੇ ਇਹ ਇਕੁਅਲ, ਪੋਟੈਂਸ਼ੀਅਲ ਦਾ ਮਤਲਬ ਤੁਹਾਨੂੰ ਪਤਾ ਹੀ ਆ। ਹੁਣ ਚੱਕਰ ਅੱਗੇ ਕੀ ਆ ਵੀ ਪੋਟੈਂਸ਼ੀਅਲ ਇਜ਼ ਏ ਵਰਕ ਡਨ। ਤਾਂ ਵਰਕ ਡਨ ਪਰ ਯੂਨਿਟ ਚਾਰਜ ਅਸੀਂ ਇਹ ਪੜ੍ਹ ਚੁੱਕੇ ਹਾਂ ਵੀ ਇਹੀ ਸਾਡੇ ਕੋਲੇ ਇਲੈਕਟ੍ਰਿਕ ਪੋਟੈਂਸ਼ੀਅਲ ਹੁੰਦਾ। ਵਰਕ ਡਨ ਇਨ ਬ੍ਰਿੰਗਿੰਗ ਏ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਫਰੋਮ ਇਨਫਿਨਿਟੀ ਟੂ ਦੈਟ ਪੁਆਇੰਟ ਹੁੰਦਾ। ਮੰਨ ਲਓ ਸਾਡੇ ਕੋਲ ਇੱਕ ਚਾਰਜ ਪਲੱਸ ਇੱਥੇ ਪਿਆ, ਅਸੀਂ ਇਹਦੇ ਵਿਸੀਨਿਟੀ ਦੇ ਵਿੱਚ, ਵਿਸੀਨਿਟੀ ਮਤਲਬ ਇਹਦੇ ਆਲੇ ਦੁਆਲੇ, ਅਸੀਂ ਇਸ ਜਗ੍ਹਾ ਦੇ ਉੱਤੇ P ਪੁਆਇੰਟ ਦੇ ਉੱਤੇ ਜਿਹੜਾ ਇੱਥੋਂ ਡਿਸਟੈਂਸ R ਦੇ ਹੈ, ਅਸੀਂ ਇਲੈਕਟ੍ਰਿਕ ਪੋਟੈਂਸ਼ੀਅਲ ਕੱਢਣਾ P ਪੁਆਇੰਟ 'ਤੇ। ਤਾਂ ਕੀ ਕਰਾਂਗੇ, ਅਸੀਂ ਇੱਕ ਟੈਸਟ ਚਾਰਜ ਨੂੰ ਚੱਕ ਕੇ ਲੈ ਕੇ ਆਵਾਂਗੇ ਇੱਥੇ। ਜਿੰਨਾ ਵਰਕ ਕਰਨਾ ਪਿਆ ਉਹ ਇਸ ਪੁਆਇੰਟ ਦੇ ਉੱਤੇ ਇਲੈਕਟ੍ਰਿਕ ਪੋਟੈਂਸ਼ੀਅਲ ਹੋਏਗਾ, ਜਿਹਦੀ ਵੈਲਿਊ ਆਪਾਂ ਇੱਥੇ ਲਿਖੀ ਆ। ਤਾਂ ਇਕੁਈ ਪੋਟੈਂਸ਼ੀਅਲ ਦਾ ਮਤਲਬ ਉਹ ਸਾਰੇ ਪੁਆਇੰਟਸ ਹੋ ਗਏ ਇਸ ਚਾਰਜ ਦੇ ਆਲੇ ਦੁਆਲੇ ਜਿਨ੍ਹਾਂ ਦਾ ਡਿਸਟੈਂਸ R ਹੋਵੇ। ਮਤਲਬ ਇੱਕ ਤਾਂ ਸਾਡੇ ਕੋਲੇ ਆਹ ਵਾਲੀ R ਆ, ਇਹਨੂੰ ਮੈਂ ਸੈਂਟਰ 'ਚ ਰੱਖ ਕੇ ਇੱਕ ਸਫੀਅਰ ਡਰਾ ਕਰ ਲਾਂ ਇਹਦੇ ਆਲੇ ਦੁਆਲੇ। ਜੇ ਇਸ ਚਾਰਜ ਦੇ ਉੱਤੇ ਆਲੇ ਦੁਆਲੇ ਇੱਕ ਸਫੀਅਰ ਡਰਾ ਕਰ ਲਾਂ ਤਾਂ ਉਹ ਸਫੀਅਰ ਦੇ ਸਰਫੇਸ 'ਤੇ ਸਾਰੇ ਪੁਆਇੰਟਸ ਕੀ ਹੋਣਗੇ, ਇਕੁਈ ਡਿਸਟੈਂਸ ਫਰੋਮ ਦਿਸ ਸੋਰਸ ਚਾਰਜ ਹੋਣਗੇ। ਅਤੇ ਉਹਨਾਂ ਸਾਰਿਆਂ ਦੇ ਉੱਤੇ ਭਾਵੇਂ ਇੱਥੇ ਜਿੰਨਾ ਵਰਕ ਡਨ ਕਰਨਾ ਪਿਆ ਓਨਾ ਹੀ ਇੱਥੇ ਕਰਨਾ ਪਊਗਾ, ਇਨਫਿਨਿਟੀ ਤੋਂ ਚੱਕ ਕੇ ਲੈ ਕੇ ਆਉਣ ਨੂੰ ਓਨਾ ਹੀ ਇੱਥੇ ਕਰਨਾ ਪਊਗਾ। ਸਾਰੇ ਪੁਆਇੰਟਸ ਦੇ ਉੱਤੇ ਵਰਕ ਡਨ ਇਨ ਬ੍ਰਿੰਗਿੰਗ ਏ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਬਰਾਬਰ ਹੋਊਗਾ। ਇਸ ਲਈ ਅਸੀਂ ਉਹ ਸਾਰੀ ਸਰਫੇਸ ਨੂੰ ਕੀ ਕਹਾਂਗੇ, ਇਕੁਈ ਪੋਟੈਂਸ਼ੀਅਲ ਸਰਫੇਸ। ਹੁਣ ਇਸ R ਦੀ ਵੈਲਿਊ ਵਾਸਤੇ ਤਾਂ ਆਹ ਵਾਲੀ ਸਰਫੇਸ ਹੋਗੀ। ਜੇ ਅਸੀਂ R ਦੀ ਵੈਲਿਊ ਘੱਟ ਕਰ ਲਈਏ, ਸਪੋਜ਼ ਕਰੋ ਮੈਂ ਪੁਆਇੰਟ ਇੱਥੇ ਰੱਖ ਲੈਣਾ ਅਤੇ ਮੇਰੇ ਕੋਲ ਇੱਥੇ R1 ਹੋ ਗਿਆ, ਅਤੇ ਇਹਦੇ ਆਲੇ ਦੁਆਲੇ ਜਿਹੜਾ ਸਫੀਅਰ ਹੋਊਗਾ ਹੁਣ ਇਸ R ਦਾ, ਤਾਂ ਉਹ ਸਫੀਅਰ ਵੀ ਮੇਰਾ ਇੱਕ ਇਕੁਈ ਪੋਟੈਂਸ਼ੀਅਲ ਸਰਫੇਸ ਬਣੂਗਾ। ਇਹ ਕੋਈ ਇੱਦਾਂ ਦੀ ਸਰਫੇਸ ਨਹੀਂ ਗੀ ਵੀ ਜਿਹੜੀ ਆਪਾਂ ਨੂੰ ਦਿਸਣੀ ਆ, ਇਹ ਸਿਰਫ ਇੱਕ ਇਮੈਜਨਰੀ ਸਫੀਅਰ ਆ ਇਸ ਚਾਰਜ ਦੇ ਆਲੇ ਦੁਆਲੇ। ਚਾਰਜ ਜ਼ਰੂਰ ਹੈਗਾ ਐਗਜ਼ੈਕਟ ਰੀਅਲ ਦੇ ਵਿੱਚ,
बट आ सरफेस आ जी वो साडी एक आले दुआले एक इमैजिनरी सरफेस आ जी इस डिस्टेंस की दूरी पर होगी, चाहे इस ते हो चाहे किसी होर डिस्टेंस ते ले लीए, जिहदे उत्ते वर्क डन इन ब्रिंगिंग ए यूनिट पॉजिटिव टेस्ट चार्ज साडा की होएगा बराबर होऊगा। तो वो सरफेसिज जिहड़ियां कंसैंट्रिक सफीयर्स बन जाणगियां किसी चार्ज के आले दुआले, उन्हां सारियां नूं असीं की कहांगे इक्वी पोटैंशियल सरफेसिज फॉर दिस चार्ज। हुण ये पॉजिटिव चार्ज आ तां इहदे वास्ते इलैक्ट्रिक फील्ड साडा बाहर नूं होएगा। माइंड इट, आई एम टॉकिंग हेयर अबाउट इलैक्ट्रिक फील्ड। पोटैंशियल जे इलैक्ट्रिक फील्ड इधर नूं डायरैक्टेड है तो इलैक्ट्रिक पोटैंशियल दी वधण दी दर इधर नूं आ। पी पॉइंट के उत्ते जिहड़ा मैं इत्थे मन्निया सी, इहदे उत्ते पोटैंशियल दी वैल्यू इस पॉइंट नालों घट होएगी क्यू नालों, क्योंकि इनफिनिटी तो जे वर्क करते करते पी पॉइंट ते लैके आए तो वह पोटैंशियल होया। इनफिनिटी तो वर्क करते करते क्यू पॉइंट ते ज़्यादा वर्क करना पएगा एज कंपेयर टू पी। देयरफॉर पोटैंशियल एट क्यू विल बी ग्रेटर दैन पोटैंशियल एट पी। सो मैं इत्थे लिख सकदा वी क्यू विल बी ग्रेटर दैन वी पी। बट जेकर इत्थे नैगेटिव चार्ज हुंदा, जेकर इत्थे नैगेटिव चार्ज हुंदा फिर इदों उल्ट हो जाना सी, फिर वी क्यू विल बी लैस दैन वी पी। इस चीज़ का ध्यान रखना है। तो जे पॉजिटिव चार्ज आ तो चार्ज नूं लैके आउण लई सानूं वर्क करना पै रहा, क्योंकि पॉजिटिव टेस्ट चार्ज नूं रिपल्शन मिल रही है। वी हैव टू वर्क अगेंस्ट इट्स इलैक्ट्रोस्टैटिक फोर्स। बट जे असी इत्थे नैगेटिव चार्ज है तो चार्ज तो अपने आप ही खिंचे आउणा इहदे अल नूं टेस्ट चार्ज, असी तो उहनूं रोकना है। फिर रोकण दे लई सानूं उहदे उल्ट वर्क करना पएगा, नैगेटिव वर्क करना पएगा। दैन इफ देयर इज़ ए नैगेटिव चार्ज, जे पॉजिटिव की जगह ते नैगेटिव होवे, दैन नैगेटिव पोटैंशियल ऑफ क्यू विल बी मोर नैगेटिव दैन पी, मीनस पोटैंशियल एट पी विल बी लैस नैगेटिव। लैस नैगेटिव का मतलब पॉजिटिव, इहदा मतलब वी पी इज़ ग्रेटर दैन वी क्यू, जिहड़ा साडा इत्थे सैकेंड पॉइंट सानू दसदा है। हुण ये तो होगी गल भी असी इक्वी पोटैंशियल सरफेसिज की हुंदियां ने, वो एक पॉजिटिव टेस्ट चार्ज दे वास्ते किस तरीके दे नाल असी उहनूं शो कर सकते हैं, नैगेटिव चार्ज वास्ते भी इस तरीके नाल शो कर सकते हैं। बट वट अबाउट ए सिस्टम ऑफ टू चार्जिज, जे दो चार्जिज होण, सपोज करिए डाईपोल होवे तो इत्थे मेरे को नैगेटिव आ, इत्थे मेरे को पॉजिटिव आ, नो डाउट पॉजिटिव दी सेम हो गई साडे कोले इस तरीके दे नाल कंसैंट्रिक सफीयर्स होणगे। बट वट अबाउट नैगेटिव, नैगेटिव चार्ज वास्ते भी कंसैंट्रिक सफीयर्स ही होणगे, बट दी वैल्यू ऑफ पोटैंशियल विल बी नैगेटिव फॉर दी सरफेसिज एंड इट विल बी पॉजिटिव फॉर दी सरफेसिज। सो इस तरीके नाल असी पोटैंशियल इक्वी पोटैंशियल सरफेसिज ड्रा कर सकते हैं। इस तो अगे साडे कोले आउंदा इहदी प्रॉपर्टीज़। स्टार्टिंग दे विच लैक्चर च आपां गल कीती सी भी इलैक्ट्रिक फील्ड इज़ परपेंडिकुलर एट ऑल पॉइंट्स ऑफ ए इक्वी पोटैंशियल सरफेस। हुण वैसे तो असी देख ही सकते हैं, जे आह वाली इक्वी पोटैंशियल सरफेस आ, असी कहांगे जी इलैक्ट्रिक फील्ड तो इधर नूं ही जाएगा, इलैक्ट्रिक फील्ड इधर नूं ही जाएगा। बट हाउ कैन वी प्रूव इट मैथमेटिकली? सो बड़ा सिंपल आ, असी की याद रखना, डेफिनेशन ऑफ इलैक्ट्रोस्टैटिक पोटैंशियल। इलैक्ट्रोस्टैटिक पोटैंशियल की डेफिनेशन जिवें असी इत्थे लिखी है, वर्क डन पर यूनिट चार्ज। जे मैं एक पॉइंट ए तो बी तक एक टैस्ट चार्ज चक के लैके जाना होवे तो मेरा पोटैंशियल डिफरेंस होएगा वी ए माइनस वी बी एंड इट विल बी इक्वल टू डबल्यू ए बी पर यूनिट टैस्ट चार्ज, जिन्हों मैं लैके आया ए तो बी तक। तो यह बराबर होंदा है, ऑलसो आप पिछले लैक्चर च पढ़िया सी, इंटैग्रल ऑफ ई डॉट डी एल फ्रॉम ए टू बी। ये भी वर्क डन तो ही आप
ਸੋਲਵ ਕੀਤਾ ਸੀ। ਜੇ ਤੁਸੀਂ WAB ਨੂੰ ਕੱਢੋ, ਮੈਂ ਤੁਹਾਨੂੰ ਹਿੰਟ ਦੇ ਦਿੰਦਾ, W F.S ਹੁੰਦਾ। S ਹੈਗੀ ਆ ਸਾਡੇ ਕੋਲ DL, ਤੇ F ਨੂੰ ਅਸੀਂ ਲਿਖ ਲੈਂਦੇ ਆ Q × E, ਫੋਰਸ, ਇਲੈਕਟ੍ਰੋਸਟੈਟਿਕ ਫੋਰਸਿਸ Q × E, ਤੇ Q ਨੂੰ ਮੈਂ ਇੱਥੇ ਲਾਇਆ, ਤੋ ਇਹ ਮੇਰੇ ਕੋਲੇ ਵਰਕ ਡਨ ਹੀ ਬਣ ਗਿਆ। ਤੋ ਆਹ ਤਿੰਨੇ ਚੀਜ਼ਾਂ ਅਸੀਂ ਦਿਮਾਗ 'ਚ ਰੱਖਣੀਆਂ ਨੇ ਜਦੋਂ ਵੀ ਅਸੀਂ ਇਲੈਕਟ੍ਰਿਕ ਪੋਟੈਂਸ਼ੀਅਲ ਦੇ ਨਾਲ ਡੀਲ ਕਰਨਾ ਹੈ। ਇੱਥੋਂ ਹੁਣ ਅਸੀਂ ਇਹ ਸਿੱਧ ਕਰਾਂਗੇ ਵੀ ਇੱਕੋ ਹੀ ਪੋਟੈਂਸ਼ੀਅਲ ਸਰਫੇਸਿਸ ਦੇ ਉੱਤੇ ਪਹਿਲੀ ਗੱਲ ਵਰਕ ਡਨ ਆ ਜਿਹੜਾ ਇਨ ਬ੍ਰਿੰਗਿੰਗ ਏ ਚਾਰਜ ਫਰੋਮ ਵਨ ਪੁਆਇੰਟ ਟੂ ਅਨਦਰ ਇਜ਼ 0 ਹੁੰਦਾ। ਦੂਜੀ ਚੀਜ਼ ਆਪਾਂ ਪ੍ਰੂਵ ਕਰਾਂਗੇ ਵੀ E ਇਜ਼ ਆਲਵੇਜ਼ ਪਰਪੈਂਡੀਕੂਲਰ ਟੂ DL। ਦੇਖੋ ਕਿਵੇਂ ਕਰੀਏ ਮੈਥੇਮੈਟੀਕਲੀ। ਹੁਣ ਜੇਕਰ ਇੱਕੋ ਹੀ ਪੋਟੈਂਸ਼ੀਅਲ ਸਰਫੇਸ ਹੈ ਤਾਂ ਪੋਟੈਂਸ਼ੀਅਲ ਐਟ ਐਵਰੀ ਪੁਆਇੰਟ ਔਨ ਦੀ ਇਕੁਈ ਪੋਟੈਂਸ਼ੀਅਲ ਸਰਫੇਸ ਇਜ਼ ਸੇਮ। ਜੇ ਸੇਮ ਹੈ ਤਾਂ VA ਬਰਾਬਰ ਹੋ ਗਿਆ VB ਦੇ। ਜੇ VA ਬਰਾਬਰ ਹੋ ਗਿਆ VB ਦੇ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਮੈਂ ਇਹਨਾਂ ਦੋਨਾਂ ਫੈਕਟਰਸ ਨੂੰ ਜੇ ਲੈ ਲਾਂ ਤਾਂ ਮੇਰੇ ਕੋਲੇ ਕੀ ਬਣ ਗਿਆ? ਮੇਰੇ ਕੋਲੇ ਬਣ ਗਿਆ WAB/Q ਵਿਚ ਵਾਜ਼ VA - VB, ਤੇ VA VB ਕਿਉਂਕਿ ਬਰਾਬਰ ਨੇ ਫਾਰ ਇਕੁਈ ਪੋਟੈਂਸ਼ੀਅਲ ਸਰਫੇਸ 0 ਆ ਗਿਆ, ਤਾਂ ਇਹਦਾ ਮਤਲਬ WAB = 0। ਸਿੰਪਲ। ਤਾਂ ਇਹੀ ਦੋ ਚੀਜ਼ਾਂ ਅਸੀਂ ਲਿਖ ਕੇ ਇਹ ਪ੍ਰੂਵ ਕਰ ਦਿੰਦੇ ਆ ਵੀ ਵਰਕ ਡਨ ਇਨ ਮੂਵਿੰਗ ਏ ਚਾਰਜ ਫਰੋਮ ਵਨ ਪੁਆਇੰਟ ਟੂ ਅਨਦਰ ਔਨ ਇਕੁਈ ਪੋਟੈਂਸ਼ੀਅਲ ਸਰਫੇਸ ਇਜ਼ 0। ਸੈਕੰਡਲੀ E ਇਜ਼ ਪਰਪੈਂਡੀਕੂਲਰ ਟੂ DL। ਹੁਣ ਮੈਂ ਪਹਿਲੀ ਟਰਮ ਤੇ ਲਾਸਟ ਟਰਮ ਨੂੰ ਲੈ ਲੈਣਾ। ਫਿਰ ਵਰਕ ਡਨ ਆਪਾਂ ਹੁਣੇ ਹੀ ਪ੍ਰੂਵ ਕਰ ਹਟੇ ਆ ਵੀ 0 ਆ। ਇਹਦਾ ਮਤਲਬ ਇਹ ਹੋਇਆ ਵੀ E.DL ਜੋ ਹੈ ਇਹ ਵੀ ਸਾਡੇ ਕੋਲੇ 0 ਹੋ ਗਿਆ ਫਾਰ ਇਕੁਈ ਪੋਟੈਂਸ਼ੀਅਲ ਸਰਫੇਸ, ਕਿਉਂਕਿ ਵਰਕ ਡਨ ਦੇ ਬਰਾਬਰ ਆ, ਪੋਟੈਂਸ਼ੀਅਲ ਡਿਫਰੈਂਸ ਦੇ ਬਰਾਬਰ ਆ ਵੀ 0 ਆ। ਤੇ ਇਹਦਾ ਮਤਲਬ ਇਹ ਹੋਇਆ ਵੀ EDL cos θ = 0 ਇੰਟੈਗਰਲ। ਮੈਂ ਡਾਟ ਪ੍ਰੋਡਕਟ ਖੋਲ ਲਈ ਤੇ ਇਲੈਕਟ੍ਰਿਕ ਫੀਲਡ ਤਾਂ 0 ਹੈ ਨਹੀਂਗਾ। ਕਿਉਂ ਨਹੀਂ ਹੈਗਾ? ਕਿਉਂਕਿ ਇੱਥੇ ਚਾਰਜ ਪ੍ਰੈਜ਼ੈਂਟ ਆ। DL ਵੀ 0 ਨਹੀਂਗਾ ਕਿਉਂਕਿ ਚੱਕ ਕੇ ਅਸੀਂ ਲੈ ਕੇ ਗਏ ਆ ਚਾਰਜ ਨੂੰ ਕਿਸੇ ਲੈਂਥ ਤੇ। ਕਿਹੜੀ ਚੀਜ਼ 0 ਹੋ ਸਕਦੀ ਆ? cos θ 0 ਹੋ ਸਕਦਾ। cos θ ਕਦੋਂ 0 ਹੁੰਦਾ? ਜਦੋਂ θ ਕਿੰਨਾ ਹੁੰਦਾ ਜੀ? 90 ਡਿਗਰੀ। ਤੋਂ ਇੱਥੋਂ ਸਿੱਧ ਹੋ ਗਿਆ ਵੀ E ਇਜ਼ ਪਰਪੈਂਡੀਕੂਲਰ ਟੂ DL। ਕਾਹਦੇ ਵਾਸਤੇ? ਫਾਰ ਇਕੁਈ ਪੋਟੈਂਸ਼ੀਅਲ ਸਰਫੇਸ। ਅਗਲਾ ਜੋ ਕਨਸੈਪਟ ਹੈ, ਹੁਣ ਅਸੀਂ ਇਹ ਦੇਖੀਏ ਵੀ ਇਲੈਕਟ੍ਰਿਕ ਪੋਟੈਂਸ਼ੀਅਲ ਦੀ ਨੌਲੇਜ ਦੇ ਨਾਲ ਅਸੀਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂ। ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਬੜਾ ਇੰਪੋਰਟੈਂਟ ਆਉਂਦਾ ਵੀ ਇਲੈਕਟ੍ਰਿਕ ਫੀਲਡ ਇਜ਼ ਏ ਨੈਗੇਟਿਵ ਗ੍ਰੇਡੀਐਂਟ ਆਫ ਪੋਟੈਂਸ਼ੀਅਲ ਪ੍ਰੂਵ ਕਰੋ। ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਸਮਝਾਂਗੇ ਹੁਣ ਵਾਲੇ ਟੌਪਿਕ ਦੇ ਵਿੱਚ। ਇਲੈਕਟ੍ਰਿਕ ਫੀਲਡ ਤੇ ਪੋਟੈਂਸ਼ੀਅਲ ਦੇ ਵਿੱਚ ਕੀ ਰਿਲੇਸ਼ਨ ਆ ਉਹ ਦੇਖੀਏ। ਇਹਦੇ ਲਈ ਅਸੀਂ ਸਪੋਜ਼ ਕਰਦੇ ਹਾਂ ਵੀ ਮੇਰੇ ਕੋਲੇ ਦੋ ਇਕੁਈ ਪੋਟੈਂਸ਼ੀਅਲ ਸਰਫੇਸਿਸ ਨੇ ਜਿਹੜੀਆਂ ਮੈਂ ਇੱਥੇ ਬਣਾ ਲੈਣਾ। ਇੱਕ ਮੇਰੀ ਸਰਫੇਸ ਆਹ ਵਾਲੀ ਆ, ਇਹਦਾ ਨਾਮ ਮੈਂ ਰੱਖ ਲੈਣਾ B। ਇੱਕ ਇਹਦੇ ਥੱਲੇ ਆ ਡਾਇਰੈਕਟਲੀ ਬਿਲੋ ਦਿਸ ਸਰਫੇਸ। ਸੋ ਇਹਦੀ ਥੱਲੇ ਵਾਲੀ ਸਰਫੇਸ ਦੀ ਜੋ ਬੈਕ ਸਾਈਡ ਵਾਲੀ ਸਾਈਡ ਆ ਉਹ ਸਾਨੂੰ ਨਹੀਂ ਦਿਸੇਗੀ। ਤੋ ਆਹ ਮੇਰੀ ਸਰਫੇਸ A ਹੋ ਗਈ ਜੀ, ਆਹ ਵਾਲੀ ਮੇਰੀ ਸਰਫੇਸ B ਹੋ ਗਈ ਉੱਪਰਲੀ। A ਸਰਫੇਸ ਵੀ ਇਹ ਦੋਨੇ ਇਕੁਈ ਪੋਟੈਂਸ਼ੀਅਲ ਸਰਫੇਸਿਸ ਨੇ। ਮਤਲਬ ਦਿਸ ਇਜ਼ ਫਸਟ ਇਕੁਈ ਪੋਟੈਂਸ਼ੀਅਲ ਸਰਫੇਸ ਐਂਡ ਦਿਸ ਵਨ ਇਜ਼ ਸੈਕੰਡ ਇਕੁਈ ਪੋਟੈਂਸ਼ੀਅਲ ਸਰਫੇਸ। ਇਹ ਦੋਨੇ ਸਰਫੇਸਿਸ ਦੇ ਉੱਤੇ B ਵਾਲੀ ਦੇ ਉੱਤੇ ਪੋਟੈਂਸ਼ੀਅਲ ਬਰਾਬਰ ਆ, A ਵਾਲੀ ਦੇ ਉੱਤੇ ਆਪਣਾ ਜਿਹੜਾ ਇਲੈਕਟ੍ਰਿਕ ਪੋਟੈਂਸ਼ੀਅਲ ਆ ਉਹ ਬਰਾਬਰ ਆ। ਪਰ ਦੋਨਾਂ ਦਾ ਆਪਸ ਵਿੱਚ ਹੀ ਜੋ ਪੋਟੈਂਸ਼ੀਅਲ ਹੈ ਉਹ ਸਪੋਜ਼ ਕਰ ਲਈਏ A ਵਾਲੀ ਦਾ ਪੋਟੈਂਸ਼ੀਅਲ ਹੈ VA ਤੇ B ਵਾਲੀ ਦਾ ਪੋਟੈਂਸ਼ੀਅਲ ਆ ਜਿਹੜਾ A ਵਾਲੀ ਦਾ ਪੋਟੈਂਸ਼ੀਅਲ ਅਸੀਂ V ਮੰਨ ਲੈਂਦੇ ਆ ਤੇ B ਵਾਲੀ ਦਾ ਪੋਟੈਂਸ਼ੀਅਲ ਆ ਜੋ V + ΔV। ਇਹਦੇ ਨਾਲੋਂ ਥੋੜ੍ਹਾ ਜਿਹਾ ਫਰਕ ਆ, ਉਹਦਾ ਚੇਂਜ ਆ। ਤੇ ਦੋਨਾਂ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਸਪੋਜ਼ ਕਰ ਲਈਏ ਸਾਡੇ ਕੋਲੇ DL ਹੈ। ਦੋਨੇ ਸਰਫੇਸਿਸ ਇੱਕ ਦੂਜੇ ਦੇ ਉੱਤੇ ਇੱਦਾਂ ਪਈਆਂ, ਇੱਦਾਂ। ਤਾਂ ਆਹ ਥੱਲੇ ਵਾਲੀ ਆ, ਆਹ ਉੱਪਰ ਵਾਲੀ ਆ, ਕਲੋਜ਼ਲੀ ਸਪੇਸਡ ਨੇ। ਦੋਨਾਂ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ DL ਆ। ਥੱਲੇ ਵਾਲੀ ਸਰਫੇਸ ਜੋ ਹੈ ਉਹ
ए सरफेस आ, उपरले वाली बी सरफेस आ, दोनों के विच पोटेंशियल का जो फर्क है वो डी वी डेल्टा वी है। थोड़ा जिहा उपरली का पोटेंशियल ज़्यादा आ, थल्लली का घट आ। सरफेस की प्रैजेंस दे विच इलैक्ट्रिक फील्ड जो है वो साडा उपरले पासे, द डायरैक्शन ऑफ इलैक्ट्रिक फील्ड इज अपवर्ड्स। इलैक्ट्रिक फील्ड दे प्रैजेंस दे विच असी एक यूनिट पॉजिटिव टेस्ट चार्ज बी सरफेस दे उत्ते कंसिडर कर लिया तो इनू असी चक के लिया है नीचे वाली सरफेस दे उत्ते इत्थे। तो डिस्टेंस साडे कोल कितना मूव करूगा, जिन्ना दोनों च फर्क आ, उपरली सरफेस तो लैके थल्लली। मतलब जे आह वालियां दो सरफेस सी तो उपरली सरफेस तो एक चार्ज नूं असी चक के लिया थल्ले वाली ते की करना पऊगा, वर्क करना पऊगा। तो जिहड़ा वर्क करना पऊगा उहनूं मैं लिख लैना जी डेल्टा डबल्यू, क्योंकि इत्थे मेरे कोले थोड़ा डिस्टेंस आ, थोड़ा ही डिस्टेंस मूव कराउणा। डेल्टा डबल्यू जिहड़ा मेरा वर्क डन होएगा वो किहदे बराबर होएगा, इट विल बी डबल्यू बी ए अपॉन क्यू एंड फर्दर इट विल बी इक्वल टू दी डिफरेंस ऑफ पोटेंशियल्स वी बी माइनस वी ए। ये होएगा तो इदों अगे जे आपां चलीए जिवें आपां पिछले हुणे करके हटे हाँ, तो इट विल बी इक्वल टू ई डॉट डी एल। ई डॉट डी एल किवें आ गया, तुसीं पिछले लैक्चर च भी पिछली वीडियो च भी देखा, असी डबल्यू नू एफ डॉट एस मनते हैं तो एफ साडे कोले हैगा क्यू ई तो एस हैगा साडे कोले डी एल, तो क्यू नू मैं इधर लै आना डबल्यू ओवर क्यू, ये साडे कोले ई डॉट डी एल बन जाता। सो इस तरीके दे नाल साडे कोले आ चीज़ आ गई, आ चीज़ आ गई तिन्ने। हुण इस चार्ज वास्ते डी एल डिस्टेंस मूव किया, पोटेंशियल का डिफरेंस है जो दोनों सरफेस दे विच वी बी माइनस वी ए कितना आएगा जी। वी बी की वैल्यू हैगी है साडे कोले वी प्लस डेल्टा वी, वी प्लस डेल्टा वी, वी ए की वैल्यू हैगी आ वी ते बराबर किहदे आ ये पोटेंशियल का डिफरेंस ई डॉट डी एल दे। ई दी डायरैक्शन, ई दी डायरैक्शन साडे कोले उपर नूं आ, डी एल किधर नूं लैके आए आ थल्ले नूं। ਇਹਦਾ मतलब साढ़े को हो गया ई डी एल इक्वल टू विद नैगेटिव साइन हो गया जी, क्योंकि ई की डायरैक्शन उपर नूं आ, डी एल की डायरैक्शन नीचे नूं आ, कॉस 180 बन गया। ई डॉट डी एल बराबर किहदे आ गया, वी नाल वी कट्टिया गया डेल्टा वी, आ नैगेटिव साइन मैं इधर ले जाना, तो ई इज इक्वल टू माइनस डेल्टा वी ओवर डी एल। कन्वीनियंस लई इहनूं बराबर रखण दे लई इत्थे डी एल की जगह के उत्ते आपां डेल्टा एल भी मन सकते हैं, तो डेल्टा एल जे मन लीए तो साडे कोले इत्थे भी डेल्टा एल ही आ जाएगा, तो डी डेल्टा वी अपॉन डेल्टा एल। तो इस रिजल्ट नूं असीं कहने आ इलैक्ट्रिक फील्ड एज ए नैगेटिव ग्रेडियंट ऑफ पोटेंशियल। इत्थे लफ्ज आया ग्रेडियंट, ग्रेडियंट ऑफ पोटेंशियल की मतलब नैगेटिव साइन मूहरे आ। ग्रेडियंट का मतलब समझ लीए, तुसीं हुण तक पहलां पढ़िया होया डेरीवेटिव, डेरीवेटिव नूं किसी चीज़ नूं आपां लिखना होवे, मान लो एक्स का डेरीवेटिव कढ़ना जां सॉरी तुसीं पोटेंशियल का डेरीवेटिव भी कढ़ना तो डी वी बटे डी टी लिख सकते हैं। जे टाइम दे नाल वेरीएशन इन पोटेंशियल देखना होवे तो असी डी वी ओवर डी टी लिखांगे। डी वी ओवर डी टी का मतलब की है, रेट ऑफ चेंज ऑफ पोटेंशियल विद रिस्पैक्ट टू टाइम, इनू असी डेरीवेटिव कहने। पर जेकर रेट ऑफ चेंज ऑफ पोटेंशियल देखना होवे विद डिस्टेंस एल लेंथ डिस्टेंस आ, तो जे असी किसी भी क्वांटिटी दे विच चेंज देखना विद रिस्पैक्ट टू डिस्टेंस तो उन्होंने असी कह दिंदे आ ग्रेडियंट। सो नैगेटिव ग्रेडियंट ऑफ पोटेंशियल कौन आ जी, इलैक्ट्रिक फील्ड।
ਇਹਦਾ ਮਤਲਬ ਇਹ ਹੋਇਆ ਇਸ ਰਿਜ਼ਲਟ ਦਾ ਵੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ, ਜਿੱਧਰਲੇ ਪਾਸੇ ਨੂੰ ਪੋਟੈਂਸ਼ੀਅਲ ਤੇਜ਼ੀ ਨਾਲ ਡਿਕਰੀਜ਼ ਕਰਦਾ, ਨੈਗੇਟਿਵ ਸਾਈਨ ਦੱਸਦਾ ਡਿਕਰੀਜ਼ ਕਰਦਾ, ਜਿੱਧਰਲੇ ਪਾਸੇ ਨੂੰ ਪੋਟੈਂਸ਼ੀਅਲ ਤੇਜ਼ੀ ਨਾਲ ਡਿਕਰੀਜ਼ ਕਰਦਾ ਇਲੈਕਟ੍ਰਿਕ ਫੀਲਡ ਦੀ ਵੈਲਿਊ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਉਧਰ ਨੂੰ ਹੋਏਗੀ। ਇਹਦੇ ਵਿੱਚ ਜਿਹੜੇ 2-3 ਮੇਨ ਟੌਪਿਕਸ ਆਏ ਆ, ਵਰਕ ਡਨ in bringing a unit positive test charge from one point to another, 0. Electric field is always perpendicular to the surface. ਤੀਜਾ ਹੈ ਵੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ, ਜਿੱਧਰਲੇ ਪਾਸੇ ਨੂੰ ਪੋਟੈਂਸ਼ੀਅਲ ਬੜੀ ਤੇਜ਼ੀ ਨਾਲ ਘਟਦਾ ਹੈ ਉਧਰਲੇ ਪਾਸੇ ਨੂੰ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੋਏਗੀ। ਸੋ ਇਹ ਦੋਨੇ ਤਿੰਨੇ ਪੁਆਇੰਟਸ ਆ ਜਿਹੜੇ ਤੁਸੀਂ ਇਹ ਚੰਗੀ ਤਰ੍ਹਾਂ ਸਮਝ ਲਏ ਆ। ਥੈਂਕ ਯੂ ਵੈਰੀ ਮੱਚ ਫॉर ਅਟੈਂਡਿੰਗ ਦੀ ਲੈਕਚਰ ਐਂਡ ਹੈਵ ਅ ਨਾਈਸ ਡੇ।